ਵੈਸਟਜੈਟ ਇਸ ਸਰਦੀਆਂ ਦੇ ਵਿੱਚ ਗਰਮੀਆਂ ਦੇ ਕਈ ਰੂਟਾਂ ਤੇ ਵਾਪਸੀ ਕਰੇਗਾ। ਯਾਨੀ ਗਰਮ ਜਿਹੜੇ ਰੂਟ ਨੇ ਜਿਨ੍ਹਾਂ ਥਾਵਾਂ ਦੇ ਉੱਤੇ ਵੈਸਟਜੈਟ ਨੇ ਪਹਿਲਾਂ ਵਾਪਸੀ ਨਹੀਂ ਕੀਤੀ, ਵੈਸਟਜੈਟ ਨੇ 17 ਜਿਹੜੇ ਨੇ ਡੈਸਟੀਨੇਸ਼ਨਾਂ ਦੇ ਉੱਤੇ ਵਾਪਸੀ ਦਾ ਜਸ਼ਨ ਮਨਾਇਆ ਹੈ। ਵਾਪਸੀ ਦੇ ਰੂਟ 2 ਸਾਲਾਂ ਤੋਂ ਮੁਅੱਤਲ ਕੀਤੇ ਗਏ ਸਨ। 에ਅਰਲਾਈਨ ਦੇ ਨੈਟਵਰਕ ਦੇ ਵਿੱਚ ਕੈਨੇਡੀਅਨ ਤੇ ਭਾਈਚਾਰਿਆਂ ਦੇ ਲਈ ਵਿਸਤ੍ਰਿਤ ਕਨੈਕਟੀਵਿਟੀ ਤੇ ਛੁੱਟੀਆਂ ਦੇ ਵਿਕਲਪ ਜਿਹੜੇ ਨੇ ਇਹ ਵਾਪਸੀ ਲਿਆ ਰਹੇ ਨੇ। 에ਅਰਲਾਈਨ ਨੇ ਅੱਜ ਪੈਟਿੰਗਟਨ BC ਤੇ ਵੈਨਕੂਵਰ ਦੇ ਵਿਚਕਾਰ ਵੈਸਟਜੈਟ ਲਿੰਕ ਤੇ 17 ਫਰਵਰੀ 2023 ਤੋਂ ਸ਼ੁਰੂ ਹੋਣ ਵਾਲੀ 6 ਵਾਰੀ ਹਫ਼ਤਾਵਾਰੀ ਖੇਤਰੀ ਸੇਵਾ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਐਡਮਿੰਟਨ ਤੇ ਨਨਾਈਮੋ BC ਦੇ ਵਿਚਕਾਰ ਘਰੇਲੂ ਸੰਪਰਕ ਨੂੰ ਮੁੜ ਸ਼ੁਰੂ ਕੀਤਾ ਜਾਏਗਾ। ਇੱਕ ਹੋਰ ਸੰਕੇਤ ਦੇ ਵਿੱਚ ਅਸੀਂ ਸ਼ਾਇਦ ਪ੍ਰੀ ਪੈਂਡੈਮਿਕ ਜੀਵਨ ਦੇ ਵਿੱਚ ਵਾਪਸੀ ਵੱਲ ਵਧ ਰਹੇ ਹਾਂ। ਕੈਨੇਡੀਅਨ 에ਅਰਲਾਈਨ ਵੈਸਟਜੈਟ ਸਰਦੀਆਂ ਦੀ ਛੁੱਟੀ ਦੇ ਲਈ ਸਮੇਂ ਸਿਰ 1 ਦਰਜਨ ਤੋਂ ਵੱਧ ਰੂਟਾਂ ਦੀ ਵਾਪਸੀ ਦਾ ਐਲਾਨ ਕਰ ਰਿਹਾ ਹੈ। 에ਅਰਲਾਈਨ ਨੇ ਸੋਮਵਾਰ ਨੂੰ 17 ਰੂਟਾਂ ਦੀ ਵਾਪਸੀ ਦਾ ਐਲਾਨ ਕੀਤਾ ਜੋ ਸਾਰੇ ਕੋਵਿਡ-19 ਕਾਰਨ 2 ਸਾਲਾਂ ਤੋਂ ਵੱਧ ਸਮੇਂ ਲਈ ਮੁਅੱਤਲ ਕੀਤੇ ਗਏ ਸਨ। ਵੈਸਟਜੈਟ ਦੇ ਉਪ ਪ੍ਰਧਾਨ ਤੇ ਮੁੱਖ ਵਪਾਰਕ ਅਧਿਕਾਰੀ ਜੌਨ ਵੈਥਰਿਲ ਦਾ ਕਹਿਣਾ ਹੈ ਕਿ ਮੈਕਸੀਕੋ, ਕੈਰੀਬੀਅਨ, ਸੰਯੁਕਤ ਰਾਜ ਤੇ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਸਮੇਤ ਇਹਨਾਂ ਰੂਟਾਂ ਨੂੰ ਮੁੜ ਚਾਲੂ ਕਰਨਾ ਨੈਟਵਰਕ ਨੂੰ ਬਹਾਲ ਕਰਨ ਦੇ ਵਿੱਚ ਇੱਕ ਹੋਰ ਪੋਜ਼ਿਟਿਵ ਕਦਮ ਹੈ। ਅਸੀਂ ਮੰਨਦੇ ਹਾਂ ਕਿ ਪਿਛਲੀਆਂ 3 ਸਰਦੀਆਂ ਸਾਡੇ ਮਹਿਮਾਨਾਂ ਦੀਆਂ ਯਾਤਰਾ ਯੋਜਨਾਵਾਂ ਦੇ ਵਿੱਚ ਵਿਘਨ ਪਾਉਂਦੀਆਂ ਨੇ ਤੇ ਅਸੀਂ ਕੈਨੇਡੀਅਨਾਂ ਨੂੰ ਕੁਝ ਗਰਮ ਮੰਜ਼ਿਲਾਂ ਦੇ ਨਾਲ ਦੁਬਾਰਾ ਜੁੜਨ ਦੀ ਉਮੀਦ ਕਰਦੇ ਹਾਂ ਜਿਨ੍ਹਾਂ ਨੂੰ ਉਹ ਸਭ ਤੋਂ ਜ਼ਿਆਦਾ ਗਵਾ ਚੁੱਕੇ ਨੇ। ਮੁੜ ਚਾਲੂ ਹੋਣ ਦਾ ਮਤਲਬ ਹੈ ਕਿ ਪਿਛਲੀਆਂ ਸਰਦੀਆਂ ਦੇ ਮੁਕਾਬਲੇ ਗਰਮ ਤੇ ਮਨੋਰੰਜਨ ਸਥਾਨਾਂ ਦੇ ਲਈ ਉਡਾਨਾਂ ਦੀ ਗਿਣਤੀ ਵਿੱਚ 45% ਵਾਧਾ ਹੋਵੇਗਾ ਤੇ ਪਿਛਲੇ ਸਾਲ ਦੇ ਮੁਕਾਬਲੇ ਸਰਹੱਦ ਪਾਰ ਉਡਾਨਾਂ ਦੇ ਵਿੱਚ 60% ਵਾਧਾ ਹੋਵੇਗਾ। 에ਅਰਲਾਈਨ ਹਫ਼ਤੇ ਦੇ ਵਿੱਚ ਇੱਕ ਵਾਰ ਕਲੋਨਾ ਤੋਂ ਫੀਨਿਕਸ, ਐਰੀਜ਼ੋਨਾ, ਵੈਨਕੂਵਰ ਤੋਂ ਔਰਲੈਂਡੋ ਤੇ ਕੋਮੋਕਸ ਤੋਂ ਪਿਊਰਟੋ ਵਾਲਟਰਾ ਮੈਕਸੀਕੋ ਦੇ ਲਈ ਉਡਾਨ ਸ਼ੁਰੂ ਕਰੇਗੀ। ਇੱਕ ਨਵੇਂ ਰੂਟ ਦੇ ਵਿੱਚ ਬਜਟ ਕੈਰੀਅਰ ਨੇ ਐਲਾਨ ਕੀਤਾ ਹੈ ਕਿ ਫਰਵਰੀ ਵਿੱਚ ਸ਼ੁਰੂ ਹੋ ਕੇ ਹਫ਼ਤੇ ਵਿੱਚ 6 ਵਾਰ ਵੈਨਕੂਵਰ ਤੋਂ ਪੈਟਿੰਗਟਨ ਦੇ ਲਈ ਉਡਾਨ ਸ਼ੁਰੂ ਕਰੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਵੈਨਕੂਵਰ ਦੇ ਕਿਰਾਏ ਦੇ ਘਰਾਂ ਦੇ ਵਿੱਚ ਵਾਧਾ ਹੋਣਾ ਸਾਰਿਆਂ ਦੇ ਲਈ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ। ਇਸ ਵੇਲੇ ਹਰ ਰੈਂਟਲ ਸਾਈਟਾਂ ਇਹੀ ਆંકੜੇ ਦਿਖਾ ਰਹੀਆਂ ਨੇ। BC ਤੇ ਓਨਟਾਰੀਓ ਇਸ ਵੇਲੇ ਕਿਰਾਏ ਦੇ ਘਰਾਂ ਦੇ ਵਿੱਚ ਸਭ ਤੋਂ ਉੱਪਰ ਨੇ। ਇੱਥੇ ਇੱਕ ਬੈਡਰੂਮ ਦੀ ਕੀਮਤ 2000 ਤੋਂ ਵੱਧ ਹੈ ਵੈਨਕੂਵਰ ਦੇ ਵਿੱਚ ਤੇ 2 ਬੈਡਰੂਮ ਜਿਹੜਾ ਹੈ ਉਹ 3000 ਤੋਂ ਉੱਪਰ ਤੱਕ ਕੀਮਤਾਂ ਉਸ ਦੀਆਂ ਜਾ ਰਹੀਆਂ ਨੇ। ਕੀਮਤਾਂ ਜੁਲਾਈ ਤੋਂ ਜਿਹੜੀਆਂ ਨੇ ਇਹ ਵੱਧ ਦੇਖੀਆਂ ਗਈਆਂ ਨੇ। ਅੱਜ ਅੱਗੇ ਕੋਈ ਰਾਹਤ ਮਿਲਣ ਦੀ ਤਾਂ ਕੁਝ ਖਾਸ ਉਮੀਦ ਨਜ਼ਰ ਨਹੀਂ ਆ ਰਹੀ। ਵੈਨਕੂਵਰ ਵਿੱਚ ਕਿਰਾਇਆ ਬਹੁਤ ਜ਼ਿਆਦਾ ਹੈ। ਇਸ ਤਰ੍ਹਾਂ ਆਨਲਾਈਨ ਰੈਂਟਲ ਸੂਚੀਕਰਨ ਏਜੰਸੀਆਂ ਦੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ। ਵੈਨਕੂਵਰ ਵਿੱਚ ਮਹੀਨੇਵਾਰ ਕਿਰਾਏ ਦੀ ਕੀਮਤਾਂ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਸਭ ਤੋਂ ਵੱਧ ਰਹੀਆਂ ਨੇ। ਪਰ rental.ca ਦੀ ਇੱਕ ਨਵੀਂ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਵੈਨਕੂਵਰ ਦੇ ਕਿਰਾਏਦਾਰਾਂ ਨੇ ਜੁਲਾਈ 2022 ਦੇ ਵਿੱਚ ਪਹਿਲਾਂ ਨਾਲੋਂ ਕਿਤੇ ਵੱਧ ਭੁਗਤਾਨ ਕੀਤਾ ਹੈ। ਔਸਤ ਇੱਕ ਬੈਡਰੂਮ ਦੀਆਂ ਕੀਮਤਾਂ $2412 ਹੋ ਗਈਆਂ ਤੇ ਔਸਤ 2 ਬੈਡਰੂਮ $3597 ਵਿੱਚ ਜਾ ਰਿਹਾ ਹੈ। ਹੋਰ BC ਨਗਰਪਾਲਿਕਾਵਾਂ ਨੂੰ ਵੀ ਉੱਚ ਦਰਜਾ ਦਿੱਤਾ ਗਿਆ ਸੀ। ਰਿਚਮੰਡ ਨੇ ਔਸਤਨ ਇੱਕ ਬੈਡਰੂਮ ਲਈ $2144 ਤੇ 2 ਬੈਡਰੂਮ ਲਈ $2703 ਵਿੱਚ ਸੂਚੀਬੱਧ ਦੇਖਿਆ। ਬਰਨਬੀ ਵਿੱਚ ਇੱਕ ਬੈਡਰੂਮ ਦੀ ਕੀਮਤ $2049 ਹੈ ਤੇ 1-2 ਬੈਡਰੂਮ $2717 ਹੈ। ਨਿਊ ਵੈਸਟਮਿੰਸਟਰ ਦੇ ਵਿੱਚ ਇੱਕ ਬੈਡਰੂਮ $1868 ਹੈ ਤੇ 2 ਬੈਡਰੂਮ $2192 ਹੈ ਤੇ ਵਿਕਟੋਰੀਆ ਵਿੱਚ ਇੱਕ ਬੈਡਰੂਮ $1803 ਹੈ ਤੇ 2 ਬੈਡਰੂਮ $2823 ਹੈ। ਜ਼ੰਪਰ ਇੱਕ ਹੋਰ ਆਨਲਾਈਨ ਰੈਂਟਲ ਲਿਸਟ ਸਾਈਟ ਨੇ ਥੋੜੇ ਵੱਖਰੇ ਨੰਬਰਾਂ ਨੂੰ ਸੂਚੀਬੱਧ ਕੀਤਾ ਤੇ ਕਲੋਨਾ ਨੂੰ ਕੈਨੇਡਾ ਵਿੱਚ 7ਵੇਂ ਸਭ ਤੋਂ ਮਹਿੰਗੇ ਬਾਜ਼ਾਰ ਵਿੱਚ ਸ਼ਾਮਿਲ ਕੀਤਾ ਜਿਸ ਦੇ ਵਿੱਚ ਇੱਕ ਬੈਡਰੂਮ ਦੀ ਔਸਤ ਦਰ $1650 ਹੈ ਤੇ 2 ਬੈਡਰੂਮ $2170 ਚ ਹੈ। ਹੈਲੀਫੈਕਸ ਤੋਂ rental.ca ਦੇ ਉੱਚ ਪੱਧਰ ਦੇ 20 ਸਭ ਤੋਂ ਮਹਿੰਗੇ ਬਾਜ਼ਾਰਾਂ ਵਿੱਚ ਸੂਚੀਬੱਧ ਨੇ ਨਗਰਪਾਲਿਕਾਵਾਂ BC ਜਾਂ ਓਨਟਾਰੀਓ ਦੇ ਵਿੱਚ ਸੀ। ਡੇਟਾ ਦਿਖਾਉਂਦਾ ਹੈ ਕਿ BC ਦੇ ਵਿੱਚ ਕਿਰਾਏ ਪਿਛਲੇ ਸਾਲ ਨਾਲੋਂ 25% ਵਧੇ ਨੇ। ਸੌਖੇ ਸ਼ਬਦਾਂ ਵਿੱਚ ਸਪਲਾਈ ਤੇ ਮੰਗ BC ਵਿੱਚ ਉੱਚੀਆਂ ਕੀਮਤਾਂ ਨੂੰ ਚਲਾਉਣ ਵਾਲੇ ਸਭ ਤੋਂ ਵੱਡੇ ਕਾਰਨ ਨੇ। ਹੋਰ ਕਾਰਨ ਜਿਵੇਂ ਕਿ ਵਿਆਜ ਦਰਾਂ ਵਿੱਚ ਵਾਧਾ, ਦਫ਼ਤਰ ਵਿੱਚ ਵਾਪਸ ਆਉਣ ਵਾਲੇ ਕਰਮਚਾਰੀ ਤੇ ਬਜਟ ਸਮੈਸਟਰ ਲਈ ਵਾਪਸ ਆਉਣ ਵਾਲੇ ਵਿਦਿਆਰਥੀ ਹਾਊਸਿੰਗ ਮਾਰਕੀਟ ਨੂੰ ਪ੍ਰਭਾਵਿਤ ਕਰਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। 24 ਤੋਂ 25 ਜੁਲਾਈ ਦੇ ਵਿਚਕਾਰ ਕੁਝ ਸਰਵੇਖਣ ਹੋਏ ਜਿਸ ਦੇ ਵਿੱਚ ਅਚਾਨਕ ਚੁਣੇ ਗਏ ਕੈਨੇਡੀਅਨ ਬਾਲਗਾਂ ਦਾ ਸਰਵੇਖਣ ਕੀਤਾ ਗਿਆ ਸੀ ਜੋ ਮਾਰੂ ਵੌਇਸ ਕੈਨੇਡਾ ਦੇ ਆਨਲਾਈਨ ਪੈਨਲਿਸਟ ਨੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਵੱਧਦੀ ਮਹਿੰਗਾਈ ਤੇ ਵਿਆਜ ਦਰਾਂ ਦੇ ਵਿਚਕਾਰ ਬਹੁਤੇ ਕੈਨੇਡੀਅਨ ਮਹਿਸੂਸ ਕਰਦੇ ਰਹਿੰਦੇ ਨੇ ਕਿ ਦੇਸ਼ ਮੰਦੀ ਵੱਲ ਵਧ ਰਿਹਾ ਹੈ, ਜਦੋਂ ਕਿ ਇੱਕ ਨਵੇਂ ਪੋਲ ਦੇ ਮੁਤਾਬਕ ਵੱਧਦੀ ਗਿਣਤੀ ਦਾ ਮੰਨਣਾ ਹੈ ਕਿ ਅਸੀਂ ਪਹਿਲਾਂ ਹੀ ਪੋਲ 1 ਦੇ ਵਿੱਚ ਆ।
ਵੱਧਦੀ ਮਹਿੰਗਾਈ ਤੇ ਵਿਆਜ ਦਰਾਂ ਦੇ ਵਿਚਕਾਰ ਬਹੁਤੇ ਕੈਨੇਡੀਅਨ ਮਹਿਸੂਸ ਕਰਦੇ ਰਹਿੰਦੇ ਨੇ ਕਿ ਦੇਸ਼ ਮੰਦੀ ਵੱਲ ਵਧ ਰਿਹਾ ਹੈ, ਜਦੋਂ ਕਿ ਇੱਕ ਨਵੇਂ ਪੋਲ ਅਨੁਸਾਰ ਵੱਧਦੀ ਗਿਣਤੀ ਦਾ ਮੰਨਣਾ ਹੈ ਕਿ ਅਸੀਂ ਪਹਿਲਾਂ ਹੀ ਇੱਕ ਵਿੱਚ ਹਾਂ। ਮੰਗਲਵਾਰ ਨੂੰ ਜਾਰੀ ਕੀਤੇ ਗਏ ਇਹ ਯਾਹੂ ਕੈਨੇਡਾ ਮਾਰੂ ਪਬਲਿਕ ਓਪੀਨੀਅਨ ਪੋਲ ਵਿੱਚ ਪਾਇਆ ਗਿਆ ਹੈ ਕਿ 26% ਉੱਤਰਦਾਤਾ ਸੋਚਦੇ ਨੇ ਕਿ ਕੈਨੇਡਾ ਮੌਜੂਦਾ ਸਮੇਂ ਵਿੱਚ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਮਹੀਨੇ ਪੋਲ ਨਾਲੋਂ 9% ਵੱਧ ਹੈ। ਹਾਲਾਂਕਿ ਪੋਲ ਕੀਤੇ ਗਏ ਬਹੁ ਗਿਣਤੀ 59% ਮੰਨਦੇ ਨੇ ਕਿ ਦੇਸ਼ ਮੰਦੀ ਦੇ ਵਿੱਚ 68% ਤੋਂ ਹੇਠਾਂ ਵੱਲ ਵਧ ਰਿਹਾ, ਜਦੋਂ ਕਿ 15% ਦਾ ਕਹਿਣਾ ਹੈ ਕਿ ਹੁਣ ਜਾਂ ਬਾਅਦ ਵਿੱਚ ਇੱਕ ਦੀਆਂ ਚਿੰਤਾਵਾਂ ਵਧਾ ਕੇ ਦੱਸੀਆਂ ਗਈਆਂ ਨੇ। ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ 2023 ਵਿੱਚ ਕਿਸੇ ਸਮੇਂ ਮੰਦੀ ਆਉਣ ਦੀ ਸੰਭਾਵਨਾ ਹੈ। ਮੁੱਖ ਤੌਰ ਤੇ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਮੁਦਰਾਸਫੀਤੀ ਦਾ ਮੁਕਾਬਲਾ ਕਰਨ ਲਈ ਵਿਆਜ ਦਰਾਂ ਵਿੱਚ ਤੇਜ਼ੀ ਨਾਲ ਵਾਧਾ ਕਰਨ ਦੇ ਕਾਰਨ ਹੈ। ਬੈਂਕ ਆਫ ਕੈਨੇਡਾ ਵੱਲੋਂ ਸਤੰਬਰ ਦੇ ਵਿੱਚ ਮੁੜ ਆਪਣੀ ਬੈਂਚਮਾਰਕ ਵਿਆਜ ਦਰ ਦੀ ਸੰਭਾਵਨਾ ਹੈ। ਪਿਛਲੇ ਮਹੀਨੇ ਕੇਂਦਰੀ ਬੈਂਕ ਨੇ ਹੋਰ ਕਾਰਨਾਂ ਦੇ ਨਾਲ ਮਹਿੰਗਾਈ ਦੇ ਦਬਾਅ ਦਾ ਹਵਾਲਾ ਦਿੰਦੇ ਕਿਹਾ ਕਿ ਆਪਣੀ ਮੁੱਖ ਵਿਆਜ ਦਰ ਨੂੰ ਪੂਰੇ ਫੀਸਦੀ ਅੰਕ ਤੋਂ ਵਧਾ ਕੇ 2.50% ਕਰ ਦਿੱਤਾ ਸੀ। ਅਗਸਤ 1998 ਤੋਂ ਬਾਅਦ 100 ਬੇਸਿਸ ਪੁਆਇੰਟਾਂ ਦੀ ਦਰ ਦੇ ਵਿੱਚ ਸਭ ਤੋਂ ਵੱਡਾ ਵਾਧਾ ਸੀ। ਜਿਵੇਂ ਕਿ ਵਿਆਜ ਦਰਾਂ ਵਧਦੀਆਂ ਨੇ, ਕਾਰਾਂ ਤੇ ਘਰਾਂ ਵਰਗੀਆਂ ਵੱਡੀਆਂ ਵਸਤੂਆਂ ਦੀ ਖਰੀਦ ਲਈ ਵਿੱਤ ਕਰਨਾ ਵਧੇਰੇ ਮਹਿੰਗਾ ਹੋ ਜਾਂਦਾ ਹੈ ਤੇ ਜਦੋਂ ਮੌਜੂਦਾ ਕਰਜ਼ਿਆਂ ਦੀਆਂ ਵਿਆਜ ਦਰਾਂ ਬਦਲਦੀਆਂ ਨੇ ਤਾਂ ਇਨ੍ਹਾਂ ਕਰਜ਼ਿਆਂ ਨੂੰ ਚੁੱਕਣ ਦੀ ਲਾਗਤ ਵੀ ਵੱਧ ਜਾਂਦੀ ਹੈ। ਇਹਨਾਂ ਵਾਧੇ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਵਸਤਾਂ ਤੇ ਸੇਵਾਵਾਂ ਦੀ ਮੰਗ ਘਟ ਜਾਂਦੀ ਹੈ ਤੇ ਇਸ ਤਰ੍ਹਾਂ ਮਹਿੰਗਾਈ ਵੀ ਹੁੰਦੀ ਹੈ। ਕੈਨੇਡੀਅਨਾਂ ਦੇ ਇਸੇ ਬਾਰੇ ਵੀ ਮਿਲੇ ਜੁਲੇ ਵਿਚਾਰ ਨੇ ਕਿ ਵਿਆਜ ਦਰਾਂ ਵਧਣ ਨਾਲ ਅਰਥਚਾਰੇ ਤੇ ਕੀ ਅਸਰ ਪਵੇਗਾ। ਸਰਵੇਖਣ ਦਰਸਾਉਂਦਾ ਹੈ ਕਿ 53% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਵਿਆਜ ਦਰਾਂ ਵਿੱਚ ਵਾਧਾ ਦੇਸ਼ ਨੂੰ ਮੰਦੀ ਵੱਲ ਸੁੱਟ ਦੇਵੇਗਾ। ਬਾਕੀ ਦਾ ਕਹਿਣਾ ਹੈ ਕਿ ਇਹ ਕਦਮ ਮਹਿੰਗਾਈ ਨੂੰ ਠੰਡਾ ਕਰੇਗਾ ਤੇ ਮੰਦੀ ਤੋਂ ਬਚਾਏਗਾ। ਕੈਨੇਡਾ ਵਿੱਚ ਮਹਿੰਗਾਈ ਦਰ ਵਸਤੂਆਂ ਤੇ ਸੇਵਾਵਾਂ ਲਈ ਖਪਤਕਾਰਾਂ ਦੁਆਰਾ ਅਦਾ ਕੀਤੀਆਂ ਕੀਮਤਾਂ ਵਿੱਚ ਵਾਧੇ ਦੀ ਦਰ 4 ਦਹਾਕਿਆਂ ਵਿੱਚ ਨਹੀਂ ਦੇਖੀ ਗਈ, ਉਹ ਉੱਚ ਪੱਧਰ ਤੇ ਵੱਧ ਗਈ। ਉੱਚ ਮੁਦਰਾਸਫੀਤੀ ਲੋਕਾਂ ਲਈ ਕਰਿਆਨੇ ਵਰਗੀਆਂ ਜ਼ਰੂਰਤਾਂ ਨੂੰ ਖਰੀਦਣਾ ਵਧੇਰੇ ਮੁਸ਼ਕਲ ਬਣਾਉਂਦੀ ਹੈ, ਪਰ ਇਸ ਦਾ ਆਰਥਿਕ ਕੁਸ਼ਲਤਾ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਦੇ ਨਤੀਜੇ ਵਜੋਂ ਸਮੁੱਚੀ ਵਿਕਾਸ ਦਰ ਘਟਦੀ ਹੈ। ਪੋਲ ਦੇ ਅਨੁਸਾਰ ਲਗਭਗ ਅੱਧੇ ਕੈਨੇਡੀਅਨ ਆਪਣੇ ਤੇ ਆਪਣੇ ਪਰਿਵਾਰ ਲਈ ਲੋੜਾਂ ਖਰੀਦਣ ਦੀ ਆਪਣੀ ਯੋਗਤਾ ਨੂੰ ਲੈ ਕੇ ਚਿੰਤਤ ਨੇ। ਹਾਲਾਂਕਿ ਇਹ ਗਿਣਤੀ ਜੂਨ ਦੇ ਅੱਧ ਵਿੱਚ 56% ਤੋਂ ਘੱਟ ਹੈ। ਇਸ ਤੋਂ ਇਲਾਵਾ ਜਦੋਂ ਕਿ 36% ਕਹਿੰਦੇ ਨੇ ਕਿ ਉਹ ਆਪਣੇ ਖਰਚ ਦੀ ਸਥਿਤੀ ਬਾਰੇ ਵਧੇਰੇ ਆਰਾਮਦੇ ਨੇ, 31% ਦੇ ਵਾਧੇ ਨਾਲ 15% ਥੋੜਾ ਚਿੰਤਤ ਵੀ ਨੇ। ਵੱਧਦੀਆਂ ਲਾਗਤਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿੱਚ 60% ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਜੁਲਾਈ ਵਿੱਚ ਆਪਣੇ ਖਰਚਿਆਂ ਵਿੱਚ ਕਟੌਤੀ ਕੀਤੀ, ਜਦੋਂ ਕਿ ਅੱਧ ਜੂਨ ਵਿੱਚ 54% ਸੀ। ਖਰਚਿਆਂ ਵਿੱਚ ਕਟੌਤੀ ਦਾ ਬਹੁਤਾ ਹਿੱਸਾ ਖਾਣਾ ਖਾਣ ਜਾਂ ਬਾਹਰ ਨਿਕਲਣ, ਕਰਿਆਨੇ ਦੀ ਖਰੀਦਾਰੀ ਤੇ ਖੇਡਾਂ ਤੇ ਮਨੋਰੰਜਨ ਗਤੀਵਿਧੀਆਂ ਤੇ ਸੀ। ਹਾਲਾਂਕਿ ਪਿਛਲੇ ਮਹੀਨੇ ਦੇ ਮੁਕਾਬਲੇ ਘੱਟ ਕੈਨੇਡੀਅਨ ਗੈਸ ਪੰਪਾਂ ਤੇ ਵਾਪਸ ਆਏ। ਇਹ ਸਰਵੇਖਣ 24-25 ਜੁਲਾਈ ਨੂੰ 1517 ਬੇਤਰਤੀਬੇ ਚੁਣੇ ਗਏ ਕੈਨੇਡੀਅਨ ਬਾਲਗਾਂ ਦਾ ਸਰਵੇਖਣ ਕੀਤਾ ਸੀ, ਜੋ ਮਾਰੂ ਵੌਇਸ ਕੈਨੇਡਾ ਦੇ ਆਨਲਾਈਨ ਪੈਨਲਿਸਟ ਨੇ। ਇਸ ਦੇ ਵਿੱਚ 20 ਵਿੱਚੋਂ 19 ਜਿਹੜੇ ਨੇ ਉਹ ਪਲੱਸ ਜਾਂ ਮਾਈਨਸ 2.5% ਦੀ ਗਲਤੀ ਦਾ ਮਾਰਜਨ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਤੁਸੀਂ ਆਪਣਾ ਏਸੀ ਇਹਨਾਂ ਦਿਨਾਂ ਦੇ ਵਿੱਚ ਔਨ ਰੱਖਦੇ ਹੋ ਆਪਣੇ ਪਾਲਤੂ ਜਾਨਵਰਾਂ ਲਈ। ਪਾਲਤੂ ਜਾਨਵਰਾਂ ਦੇ ਲਈ BC ਵਾਸੀ ਰੱਖਦੇ ਨੇ ਏਸੀ ਔਨ। ਸਰਵੇ ਦੇ ਵਿੱਚ ਬਹੁਤ ਲੋਕਾਂ ਨੇ ਹਾਈਡਰੋ ਬਿੱਲ ਦੀ ਪਰਵਾਹ ਨਹੀਂ ਕੀਤੀ ਤੇ ਆਪਣੇ ਪਾਲਤੂ ਜਾਨਵਰਾਂ ਦੇ ਲਈ ਆਪਣੇ ਏਸੀ ਜਿਹੜੇ ਨੇ ਉਹ ਔਨ ਰੱਖੇ ਨੇ। BC ਵਾਸੀਆਂ ਨੇ ਪੂਰਾ ਦਿਨ ਵੀ ਆਪਣੇ ਪਾਲਤੂਆਂ ਦੇ ਲਈ ਏਸੀ ਚਲਾਏ ਰੱਖੇ ਨੇ। ਹਾਲਾਂਕਿ ਮਹਿੰਗਾਈ ਦੇ ਦੌਰ ਦੇ ਵਿੱਚ ਹਾਈਡਰੋ ਬਿੱਲ ਦਾ ਵੀ ਲੋਕਾਂ ਦੇ ਉੱਤੇ ਕਾਫੀ ਜ਼ਿਆਦਾ ਬੋਝ ਸੀ, ਪਰ ਜਿਸ ਤਰੀਕੇ ਨਾਲ ਗਰਮੀ ਬਹੁਤ ਜ਼ਿਆਦਾ ਵੱਧ ਗਈ ਇਹਨਾਂ ਦਿਨਾਂ ਦੇ ਵਿੱਚ ਤੇ ਗਰਮੀ ਦਾ ਜਿਹੜਾ ਤਾਪਮਾਨ ਉਹ ਬਹੁਤ ਜ਼ਿਆਦਾ ਉੱਚ ਪੱਧਰ ਤੇ ਜਾਣ ਤੋਂ ਬਾਅਦ ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਦੇ ਲਈ ਵੀ ਕਾਫੀ ਮੁਸੀਬਤ ਖੜੀ ਹੋ ਰਹੀ ਸੀ। ਇਸੇ ਲਈ ਕਈ ਲੋਕਾਂ ਨੇ ਹਾਈਡਰੋ ਬਿੱਲ ਦੀ ਪਰਵਾਹ ਨਹੀਂ ਕੀਤੀ, ਪਰ ਆਪਣੇ ਪਾਲਤੂਆਂ ਦੇ ਲਈ ਪੂਰਾ ਦਿਨ ਉਹਨਾਂ ਨੇ ਆਪਣੇ ਜਿਹੜੇ ਏਸੀ ਨੇ, ਪੱਖੇ ਨੇ ਉਹ ਔਨ ਰੱਖੇ ਹੋਏ ਨੇ। BC ਹਾਈਡਰੋ ਦੇ ਸਰਵੇਖਣ ਅਨੁਸਾਰ 3/4 ਲੋਕਾਂ ਜਿਨ੍ਹਾਂ ਦੇ ਕੋਲ ਏਸੀ ਹੈ ਨੇ ਆਪਣੇ ਪਾਲਤੂ ਕੁੱਤਿਆਂ ਨੂੰ ਠੰਡਾ ਰੱਖਣ ਦੇ ਲਈ 에ਅਰ ਕੰਡੀਸ਼ਨਿੰਗ ਨੂੰ ਚਾਲੂ ਰੱਖਣ ਦੀ ਗੱਲ ਮੰਨੀ। ਕਈ ਵਾਰ ਤਾਂ ਸਾਰਾ ਦਿਨ ਬਿਨਾਂ ਲਾਗਤ ਦੀ ਪਰਵਾਹ ਕੀਤੇ ਏਸੀ ਨੰਬਰ ਇਹ ਤਰੀਕਾ ਪਾਇਆ ਗਿਆ ਹੈ ਕਿ ਗਰਮੀ ਦੇ ਮਹੀਨਿਆਂ ਵਿੱਚ ਪਾਲਤੂ ਜਾਨਵਰਾਂ ਨੂੰ ਠੰਡਾ ਰੱਖਣ ਲਈ 33% ਦੇ ਕਰੀਬ ਲੋਕ ਸੀ ਜਿਨ੍ਹਾਂ ਨੇ ਆਪਣੇ ਏਸੀ ਔਨ ਰੱਖੇ। BC ਹਾਈਡਰੋ ਦਾ ਕਹਿਣਾ ਹੈ ਕਿ 30% ਦੇ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਅਜਿਹਾ ਕਰਨ ਦੇ ਲਈ ਇੱਕ ਪੱਖੇ ਦੀ ਵਰਤੋਂ ਕਰਦੇ ਨੇ, ਜਦੋਂ ਕਿ 12% ਨੇ ਕਿਹਾ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਇੱਕ ਠੰਡਾ ਡਰਿੰਕ ਵੀ ਪ੍ਰਦਾਨ ਕਰਦੇ ਨੇ। BC ਹਾਈਡਰੋ ਨੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਏਸੀ ਦੀ ਵਰਤੋਂ ਬਾਰੇ ਸੁਚੇਤ ਨੇ। ਜਦੋਂ ਉਹਨਾਂ ਦੇ ਪਾਲਤੂ ਜਾਨਵਰਾਂ ਦੀ ਕੀਮਤ ਦੀ ਗੱਲ ਆਉਂਦੀ ਹੈ ਤਾਂ ਕੋਈ ਵੱਡੀ ਚਿੰਤਾ ਨਹੀਂ। ਦਰਅਸਲ 2/3 ਲੋਕਾਂ ਨੇ ਪਰਵਾਹ ਕੀਤੇ ਬਿਨਾਂ ਗਰਮੀਆਂ ਵਿੱਚ ਉਹਨਾਂ ਦੀ ਬਿਜਲੀ ਦਾ ਬਿੱਲ ਵੱਧ ਆ ਰਿਹਾ ਹੈ, ਪਰ ਪਾਲਤੂ ਜਾਨਵਰਾਂ ਨੂੰ ਠੰਡਾ ਰੱਖਿਆ। BC ਹਾਈਡਰੋ ਕਿਸੇ ਵੀ ਵਿਅਕਤੀ ਨੂੰ ਸਲਾਹ ਦੇ ਰਿਹਾ ਹੈ ਜੋ ਪਾਰਾ ਵਧਣ ਦੇ ਆਪਣੇ ਆਪ ਤੇ ਆਪਣੇ ਪਾਲਤੂ ਜਾਨਵਰਾਂ ਨੂੰ ਠੰਡਾ ਰੱਖਣ ਲਈ ਸੁਝਾਅ ਦਿੰਦੇ ਨੇ। ਇਹ ਨੋਟ ਕਰਦੇ ਹੋਏ ਕਿ ਹੀਟ ਪੰਪਸ ਨਾ ਸਿਰਫ ਵਧੇਰੇ ਕੁਸ਼ਲ ਨੇ, ਸਗੋਂ ਗੈਸ ਸੰਚਾਲਨ ਸਿਸਟਮ ਨਾਲੋਂ ਵਾਤਾਵਰਣ ਦੇ ਅਨੁਕੂਲ ਵੀ ਹੈ। ਇਹ ਵੀ
ਕਿ ਛੋਟਾਂ ਉਪਲਬਧ ਨੇ। ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਪੋਰਟੇਬਲ ਯੂਨਿਟ ਦੀ ਬਜਾਏ ਵਿੰਡੋ ਏਸੀ ਯੂਨਿਟ ਦੀ ਚੋਣ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਹਾਡੇ ਘਰ ਦੇ ਦਰਵਾਜ਼ਿਆਂ, ਖਿੜਕੀਆਂ ਤੇ ਹੋਰ ਖੁੱਲ੍ਹਣ ਦੇ ਆਲੇ-ਦੁਆਲੇ ਖਾਲੀ ਥਾਵਾਂ ਤੇ ਤਰੇੜਿਆਂ ਨੂੰ ਸੀਲ ਕਰਕੇ ਠੰਡੀ ਹਵਾ ਨੂੰ ਅੰਦਰ ਰੱਖਣ ਤੇ ਛੱਤ ਵਾਲੇ ਪੱਖਿਆਂ ਦੀ ਵਰਤੋਂ ਕਰਨ ਤੇ ਖਿੜਕੀਆਂ ਨੂੰ ਛਾਂ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾਂਦੀ ਹੈ। ਹਾਲਾਂਕਿ ਤਾਪਮਾਨ ਪਿਛਲੇ ਸਾਲ ਦੇ ਰਿਕਾਰਡਾਂ ਨੂੰ ਨਹੀਂ ਮਾਰ ਰਿਹਾ। ਲੋਅਰ ਮੇਨਲੈਂਡ ਦੇ ਬਹੁਤ ਸਾਰੇ ਭਾਈਚਾਰਿਆਂ ਨੇ ਇਸ ਗਰਮੀਆਂ ਵਿੱਚ ਪਾਰਾ 30 ਡਿਗਰੀ ਤੋਂ ਵੱਧ ਦੇਖਿਆ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਸਕੈਚੁਆਨ ਤੋਂ ਖਬਰ ਹੈ, ਜਿੱਥੇ ਇੱਕ ਮੁੰਡੇ ਤੇ ਕੁੜੀ ਦੇ ਲਈ ਐਂਬਰ ਅਲਰਟ ਜਾਰੀ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦਾ ਬਾਰਡਰ ਇਹ ਬੱਚੇ ਟੱਪ ਗਏ ਨੇ। ਪੁਲਿਸ ਦਾ ਵੀ ਕਹਿਣਾ ਹੈ ਕਿ ਇੱਕ ਆਦਮੀ ਹੈ ਤੇ ਉਸ ਦੇ ਨਾਲ ਇਹਨਾਂ ਬੱਚਿਆਂ ਦੀ ਮਾਂ ਵੀ ਹੈ, ਜੋ ਟਰੱਕ ਦੇ ਵਿੱਚ ਯਾਤਰਾ ਕਰ ਰਹੇ ਹੋ ਸਕਦੇ ਨੇ। ਦੱਖਣ ਪੱਛਮੀ ਸਸਕੈਚੁਆਨ ਦੇ ਸ਼ਰਾਵਨ ਦੇ ਵਿੱਚ RCMP ਦੀ ਬੇਨਤੀ ਦੇ ਉੱਤੇ ਸੋਮਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਚੇਤਾਵਨੀ 7 ਸਾਲ ਦੀ ਲੋਨਾ ਪੋਰਟਸ ਤੇ 8 ਸਾਲ ਦੇ ਹੰਟਰ ਪੋਰਟਸ ਲਈ ਹੈ। ਮੰਨਿਆ ਜਾਂਦਾ ਹੈ ਕਿ ਇਹ ਬੱਚੇ ਈਸਟ ਸੈਸੈਕਸ ਦੇ ਬੈਂਜਾਮਿਨ ਮੋਰ ਦੇ ਨਾਲ ਸਨ, ਜੋ ਵੱਖ-ਵੱਖ ਨਾਵਾਂ ਦੇ ਨਾਲ ਜਾਣਿਆ ਜਾ ਸਕਦਾ ਹੈ। ਉਸ ਦੀ ਉਮਰ 50 ਸਾਲ ਦੀ ਹੋਵੇ ਤੇ ਕਾਲੇ ਵਾਲ ਉਸਦੇ ਤੇ 5 ਫੁੱਟ 10 ਇੰਚ ਲੰਬਾ ਤੇ 200 ਪੌਂਡ ਵਜ਼ਨ ਵਾਲਾ ਇਹ ਵਿਅਕਤੀ ਦੱਸਿਆ ਜਾ ਰਿਹਾ ਹੈ। ਹੋ ਸਕਦਾ ਹੈ ਕਿ 2015 ਦੇ ਗੂੜੇ ਨੀਲੇ ਸ਼ੈਵਰਲੇਟ ਕੁਇਨੈਕਸ ਐਲਬਰਟਾ ਪਲੇਟ CGC 2492 ਦੇ ਵਿੱਚ ਇਹ ਯਾਤਰਾ ਕਰ ਰਹੇ ਹੋਣ। ਬੱਚਿਆਂ ਦੀ ਮਾਂ 45 ਸਾਲਾਂ ਲੇਪੋਰਟਸ ਮੰਨੀ ਜਾ ਰਹੀ ਹੈ ਕਿ ਉਹ ਉਹਨਾਂ ਦੇ ਨਾਲ ਯਾਤਰਾ ਕਰ ਰਹੀ ਸੀ ਤੇ ਹੋ ਸਕਦਾ ਹੈ ਕਿ ਉਹ ਅਮਰੀਕਾ ਦੇ ਵਿੱਚ ਦਾਖਲ ਹੋਏ ਹੋਣ। ਇਹ ਜਾਣਕਾਰੀ ਪੁਲਿਸ ਨੂੰ ਜਿਵੇਂ ਹੀ ਮਿਲੀ ਤਾਂ ਐਂਬਰ ਅਲਰਟ ਜਾਰੀ ਕੀਤਾ ਗਿਆ। ਬੱਚੇ ਜਿਹੜੇ ਨੇ 7 ਤੋਂ 8 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਨੇ। ਕਿਸੇ ਨੂੰ ਵੀ ਕੋਈ ਜਾਣਕਾਰੀ ਹੋਣ ਤੇ ਪੁਲਿਸ ਨਾਲ ਸੰਪਰਕ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਕਿ ਤੁਹਾਨੂੰ ਆਈਲੈਟਸ, ਸੈਲਪਿਪ, TCE ਅਤੇ TEF ਲੈਂਗੁਏਜ ਕੋਰਸਾਂ ਦਾ ਪਤਾ ਹੈ? ਹੁਣ ਕੈਨੇਡਾ ਇਮੀਗ੍ਰੇਸ਼ਨ ਦੇ ਲਈ ਨਵਾਂ ਭਾਸ਼ਾ ਟੈਸਟ ਸ਼ੁਰੂ ਕਰੇਗਾ। ਬਹੁਤ ਸਾਰੇ ਹਿੱਸਿਆਂ ਦੇ ਲਈ ਇਹ ਨਵਾਂ ਭਾਸ਼ਾ ਯਾਨੀ ਕਿ ਲੈਂਗੁਏਜ ਟੈਸਟ ਲਾਗੂ ਹੋਏਗਾ। ਕੈਨੇਡਾ ਦੇ ਇਕਨੋਮਿਕ ਕਲਾਸ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਲਈ ਅਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਅੰਗਰੇਜ਼ੀ ਜਾਂ ਫਿਰ ਫਰਾਂਸੀਸੀ ਭਾਸ਼ਾ ਦਾ ਟੈਸਟ ਪਾਸ ਕਰਨ ਤੋਂ ਬਾਅਦ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਐਲੀਜੀਬਲ ਹੋ ਸਕਦੇ ਨੇ। ਇਹ ਭਾਸ਼ਾ ਟੈਸਟ ਕਿਵੇਂ ਦਾ ਹੋਏਗਾ, ਕੀ ਹੋ ਸਕਦਾ, ਕਦੋਂ ਲਾਗੂ ਹੋਏਗਾ, ਦੇਖਦੇ ਹਾਂ ਇਸ ਤੇ ਇੱਕ ਰਿਪੋਰਟ। ਆਰਥਿਕ ਸ਼੍ਰੇਣੀ ਯਾਨੀ ਕਿ ਇਕਨੋਮਿਕ ਸ਼੍ਰੇਣੀ ਦੇ ਅਧੀਨ ਇਮੀਗ੍ਰੇਸ਼ਨ ਦੇ ਲਈ ਅਰਜ਼ੀ ਦੇਣ ਵਾਲਿਆਂ ਲਈ IRCC ਨੇ ਇੱਕ ਨਵੀਂ ਭਾਸ਼ਾ ਪ੍ਰੀਖਿਆ ਨੂੰ ਮਨਜ਼ੂਰੀ ਦਿੱਤੀ ਹੈ। 2023 ਦੇ ਅੱਧ ਵਿੱਚ ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ IRCC ਨੂੰ ਇਹ ਟੈਸਟ ਹੋਣ ਦੀ ਉਮੀਦ ਹੈ। ਮੌਜੂਦਾ ਸਮੇਂ ਦੇ ਵਿੱਚ ਇੱਥੇ ਸਿਰਫ 4 ਮਿਥੀਆਂ ਹੋਈਆਂ ਸੰਸਥਾਵਾਂ ਨੇ। ਫ੍ਰੈਂਚ ਦੇ ਲਈ TEF ਤੇ TCF, ਅੰਗਰੇਜ਼ੀ ਦੇ ਲਈ ਆਇਲਟਸ ਤੇ ਸੈਲਪਿਪ। ਕੈਨੇਡਾ ਦੇ ਜ਼ਿਆਦਾਤਰ ਆਰਥਿਕ ਸ਼੍ਰੇਣੀ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਦਾਖਲਾ ਲੈਣ ਲਈ ਉਮੀਦਵਾਰਾਂ ਨੂੰ ਅੰਗਰੇਜ਼ੀ ਜਾਂ ਫਰਾਂਸੀਸੀ ਭਾਸ਼ਾ ਦਾ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ। ਕੈਨੇਡੀਅਨ ਸਰਕਾਰ ਦੁਆਰਾ ਕੀਤੀ ਗਈ ਖੋਜ ਦੇ ਅਨੁਸਾਰ ਇੱਕ ਵਿਅਕਤੀ ਦੀ ਕੈਨੇਡੀਅਨ ਸਮਾਜ ਤੇ ਆਰਥਿਕਤਾ ਦੇ ਵਿੱਚ ਏਕੀਕ੍ਰਿਤ ਹੋਣ ਦੀ ਯੋਗਤਾ ਉਹਨਾਂ ਦੀ ਭਾਸ਼ਾ ਦੇ ਹੁਨਰ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ। ਕਿਉਂਕਿ ਉਹਨਾਂ ਨੂੰ ਸਮਾਜਿਕ ਤੇ ਮਾਨਵਤਾਵਾਦੀ ਕਾਰਨਾਂ ਕਰਕੇ ਕੈਨੇਡਾ ਵਿੱਚ ਦਾਖਲਾ ਦਿੱਤਾ ਜਾਂਦਾ ਹੈ। ਪਰਿਵਾਰ ਤੇ ਸ਼ਰਨਾਰਥੀ ਵਰਗਾਂ ਵਿੱਚ ਪ੍ਰਵਾਸੀਆਂ ਨੂੰ ਭਾਸ਼ਾ ਦੀ ਪ੍ਰੀਖਿਆ ਦੇਣ ਤੋਂ ਛੋਟ ਹੈ। 18 ਤੇ 54 ਸਾਲ ਦੀ ਉਮਰ ਦੇ ਵਿਚਕਾਰ ਦੇ ਵਿਅਕਤੀਆਂ ਨੂੰ ਕੈਨੇਡੀਅਨ ਨਾਗਰਿਕਤਾ ਦੀ ਮੰਗ ਕਰਦੇ ਸਮੇਂ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਆਪਣੀ ਮੁਹਾਰਤ ਨੂੰ ਸਾਬਿਤ ਕਰਨਾ ਚਾਹੀਦਾ ਹੈ। ਉਹ ਆਪਣੇ ਭਾਸ਼ਾ ਦੇ ਹੁਨਰ ਨੂੰ ਹੋਰ ਤਰੀਕਿਆਂ ਨਾਲ ਪ੍ਰਮਾਣਿਤ ਕਰ ਸਕਦੇ ਨੇ, ਜਿਨ੍ਹਾਂ ਨੂੰ IRCC ਦੁਆਰਾ ਅਧਿਕਾਰਤ ਕੀਤਾ ਗਿਆ ਹੈ ਜਾਂ ਭਾਸ਼ਾ ਟੈਸਟ ਦੇ ਨਤੀਜੇ ਜਮ੍ਹਾਂ ਕਰਾ ਦਿੱਤੇ ਨੇ। ਇੱਕ ਮੈਮੋ ਦੇ ਅਨੁਸਾਰ ਆਉਣ ਵਾਲੇ 12 ਮਹੀਨਿਆਂ ਵਿੱਚ IRCC ਸੰਭਾਵੀ ਪਹਿਲਕਦਮੀਆਂ ਤੇ ਸੁਧਾਰਾਂ ਦੀ ਭਾਲ ਕਰੇਗਾ। ਇਹਨਾਂ ਸੁਧਾਰਾਂ ਦੇ ਨਾਲ ਅਹੁਦਿਆਂ ਵਿੱਚ ਦਿਲਚਸਪੀ ਰੱਖਣ ਵਾਲੀਆਂ ਸੰਸਥਾਵਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਜੇਕਰ ਇਹਨਾਂ ਨੂੰ ਲਾਗੂ ਕੀਤਾ ਹੈ। IRCC ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਇਕਰਾਰਨਾਮੇ ਤੇ ਸੰਭਵ ਭਾਸ਼ਾ ਟੈਸਟਿੰਗ ਪ੍ਰੋਵਾਈਡਰਸ ਦੇ ਵਿੱਚ ਦਾਖਲ ਹੋਣ ਲਈ ਆਜ਼ਾਦ ਹੈ, ਜਿੰਨਾ ਉਹ ਚਾਹੁੰਦੇ ਨੇ। ਭਾਸ਼ਾ ਇਮਤਿਹਾਨਾਂ ਦੇ ਨਾਲ ਸੰਬੰਧਿਤ ਵਿਭਾਗੀ ਕਾਰਜਾਂ ਤੇ ਜ਼ਿੰਮੇਵਾਰੀਆਂ ਨੂੰ ਅਜੇ ਤੱਕ ਸਪਸ਼ਟ ਰੂਪ ਵਿੱਚ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਤੇ ਇਹਨਾਂ ਵਿੱਚ ਨੀਤੀ ਤੇ ਸੰਚਾਲਨ ਦੋਵਾਂ ਲਈ ਪ੍ਰਭਾਵ ਨੇ। IRCC ਵਿਖੇ ਇਮੀਗ੍ਰੇਸ਼ਨ ਸ਼ਾਖਾ ਦੀ ਭਾਸ਼ਾ ਅਹੁਦਾ ਟੀਮ ਨੂੰ ਨਵੀਂ ਨੀਤੀ ਦੀਆਂ ਤਰਜੀਹਾਂ ਨੂੰ ਅੱਗੇ ਵਧਾਉਣ ਦੇ ਨਾਲ ਫਾਈਲ ਪ੍ਰਸ਼ਾਸਨ ਦੇ ਕੰਮਾਂ ਨੂੰ ਸੰਤੁਲਿਤ ਕਰਨਾ ਚਾਹੀਦਾ ਹੈ। CEFR ਟੈਸਟ ਦੇ ਵਿੱਚ ਭਾਗ ਲੈਣ ਵਾਲੇ ਅੰਕ 1 ਤੋਂ 7 ਸਕੇਲ ਦੀ ਬਜਾਏ ਅਲਫਾਬੈਟਸ ਪੈਮਾਨੇ ਤੇ ਹੁੰਦੇ ਨੇ, ਜਿਵੇਂ ਕਿ A1, A2, B1, B2, C1 ਤੇ C2। ਇਸ ਗੱਲ ਦੀ ਗਾਰੰਟੀ ਦੇਣ ਦੇ ਲਈ ਸਾਰੀਆਂ ਪ੍ਰਵਾਨਿਤ ਭਾਸ਼ਾ ਟੈਸਟ ਦੀਆਂ ਰਚਨਾਵਾਂ ਮੁਸ਼ਕਿਲ ਦੀ ਡਿਗਰੀ ਤੇ ਟੈਸਟ ਦੇ ਉਦੇਸ਼ ਦੇ ਰੂਪ ਦੇ ਵਿੱਚ ਬਰਾਬਰ ਨੇ। ਪੱਤਰ ਵਿੱਚ ਕਿਹਾ ਗਿਆ ਹੈ ਕਿ CLB ਪੱਧਰਾਂ ਤੇ ਵਾਧੂ ਖੋਜ ਜ਼ਰੂਰੀ ਹੈ। ਮੈਮੋ ਫ੍ਰੈਂਚ ਮਨੋਨੀਤ ਸੰਸਥਾਵਾਂ ਤੇ ਆਪਣੀਆਂ ਟੈਸਟਿੰਗ ਸੰਸਥਾਵਾਂ ਨੂੰ
ਵਧਾਉਣ ਦੇ ਨਾਲ ਅਹੁਦੇ ਦੀ ਮੰਗ ਕਰਨ ਵਾਲੇ ਨਵੇਂ ਫ੍ਰੈਂਚ ਟੈਸਟਿੰਗ ਕਾਰੋਬਾਰਾਂ ਤੋਂ ਦਿਲਚਸਪੀ ਵਧਾਉਣ ਲਈ ਦਬਾਅ ਦੀ ਭਵਿੱਖਬਾਣੀ ਕਰਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਿੱਦਾਂ ਕਿ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਐਡਮਿੰਟਨ ਸ਼ਹਿਰ ਤੋਂ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਪਿੱਛੇ ਜਿਹਾ ਜੀ ਇੱਕ ਨਾ ਅਲਬਰਟਾ ਦੇ ਵਿੱਚ ਇੱਕ ਐਸੇ ਕੌਂਟੈਸਟ ਕਰਵਾਇਆ ਗਿਆ ਸੀ ਔਰ ਉਹ ਐਸੇ ਕੌਂਟੈਸਟ ਜਿਹੜਾ ਸੀਗਾ ਖਾਸ ਕਰਕੇ ਜਿਹੜੀਆਂ ਯੰਗ ਔਰਤਾਂ ਹੈਗੀਆਂ ਉਹਨਾਂ ਲਈ ਔਰ ਕੁਝ ਜਿਹੜੀਆਂ ਕਹਿ ਲਓ ਪਬਲਿਕ ਸਰਵਿਸ ਵਿੱਚ ਨੇ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਵੀ ਤੁਸੀਂ ਇੱਕ ਐਸੇ ਲਿਖੋ। ਉਹਦਾ ਪਰਪਸ ਇਹ ਸੀਗਾ ਵੀ ਮਤਲਬ ਵੀ ਤੁਹਾਡਾ ਅਲਬਰਟਾ ਬਾਰੇ ਯੂਨੀਕ ਵਿਜ਼ਨ ਕੀ ਹੈ, ਤੁਸੀਂ ਕੀ ਵੇਖਣਾ ਚਾਹੁੰਦੇ ਹੋ ਭਵਿੱਖ ਵਿੱਚ ਕਿ ਅਲਬਰਟਾ ਵਿੱਚ ਔਰਤਾਂ ਕਿਸ ਤਰ੍ਹਾਂ ਦਾ ਰੋਲ ਜਿਹੜਾ ਪਲੇ ਕਰ ਸਕਦੀਆਂ। ਅਤੇ ਉਹਦੇ ਵਿੱਚ ਲੋਕਾਂ ਨੇ ਐਸੇ ਲਿਖ ਕੇ ਭੇਜੇ। ਇੱਕ ਐਸੇ ਅਜਿਹਾ ਜੀ ਲਿਖ ਕੇ ਭੇਜਿਆ ਗਿਆ ਔਰ ਉਹਨੂੰ ਅਵਾਰਡ ਵੀ ਦਿੱਤਾ ਗਿਆ। ਉਸ ਤੀਜੇ ਨੰਬਰ 'ਤੇ ਅਵਾਰਡ ਜਿਹੜਾ ਉਸ ਐਸੇ ਨੂੰ ਦਿੱਤਾ ਗਿਆ। ਪਰ ਉਸ ਐਸੇ ਵਿੱਚ ਜੋ ਲਿਖਿਆ ਗਿਆ ਸੀਗਾ ਉਹ ਜਦੋਂ ਹੁਣ ਲੋਕਾਂ ਨੇ ਪੜ੍ਹਿਆ, ਕੁਝ ਜਿਹੜੇ ਆਪੋਜੀਸ਼ਨ ਵਾਲੇ MLA ਆ ਉਹਨਾਂ ਨੇ ਉਸ 'ਤੇ ਗੱਲਬਾਤ ਝਾਤੀ ਮਾਰੀ ਅਤੇ ਪਤਾ ਲੱਗਾ ਵੀ ਇਹ ਤਾਂ ਕੋਈ ਗੱਲ ਠੀਕ ਨਹੀਂ ਹੈ। ਯਾਨੀ ਕਿ ਰੇਸਿਸਟ ਸੈਕਸਿਸਟ ਐਸੇ ਨੂੰ ਅਵਾਰਡ ਦਿੱਤਾ ਗਿਆ ਜੀ। ਪਰ ਹੁਣ ਅਲਬਰਟਾ ਦੀ ਕੈਬਨਿਟ ਮਿਨਿਸਟਰ ਜਿਹੜੀ ਆ ਜੈਕੀ ਆਰਮਸਟਰੋਂਗ ਹੁਮੇਨੀਅਕ, ਉਹਨਾਂ ਵੱਲੋਂ ਉਹ ਅਵਾਓ ਕਰ ਦਿੱਤਾ ਗਿਆ ਜੀ ਜਿਹੜਾ ਅਵਾਰਡ ਹੈਗਾ। ਉਹ ਕਹਿੰਦੀ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਇਹ ਪਹਿਲੀ ਬੇਸਿਸ ਦੇ ਉੱਤੇ ਇਹਨੂੰ ਪਿਕ ਕਿਵੇਂ ਕਰ ਲਿਆ ਗਿਆ। ਔਰ ਉਹਨਾਂ ਨੇ ਇਹ ਜਿਹੜਾ ਐਸੇ ਆ ਜੀ ਹੁਣ ਉਹ ਪੁੱਛਿਆ ਜਾ ਰਿਹਾ ਵੀ ਇਸ ਐਸੇ ਨੂੰ ਪਿਕ ਕਰਨ ਵਾਲੇ ਲੋਕ ਕੌਣ ਸੀਗੇ ਕਿਹਨਾਂ, ਉਹਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਮਿਨਿਸਟਰ ਨੇ। ਪਰ ਆਪੋਜੀਸ਼ਨ ਵਾਲੇ ਇਹ ਜ਼ਰੂਰ ਭਾਲਣਾ ਚਾਹੁੰਦੇ ਆ। ਉਹ ਕਹਿੰਦੇ ਵੀ ਇਹ ਤਾਂ ਦੱਸੋ ਇਹ ਜਿਹੜਾ ਇਹ ਐਸੇ ਆ ਉਹ ਕਿਹਨਾਂ ਨੇ ਪਿਕ ਕੀਤਾ। ਲਿਖਣ ਵਾਲੇ ਆਥਰ ਦਾ ਨਾਂ ਤਾਂ ਜੀ ਸਿਰਫ ਉਹਨਾਂ ਨੇ S ਸਿਲਵਰ ਦੱਸਿਆ ਆ, ਪਰ ਰਾਖੀ ਪੰਚੋਲੀ ਜੋ NDP ਦੀ MLA ਆ ਐਡਮਿੰਟਨ ਵਾਈਟਮੱਡ ਤੋਂ, ਉਹਦਾ ਕਹਿਣਾ ਹੈਗਾ ਵੀ ਐਟਲੀਸਟ ਸਾਨੂੰ ਪਤਾ ਲੱਗਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਨੂੰ ਪੁੱਛ ਸਕੀਏ ਵੀ ਭਾਈ ਤੁਸੀਂ ਇਹ ਜਿਹੜਾ ਐਸੇ ਉਹ ਇਸ ਤਰ੍ਹਾਂ ਦਾ ਕਿਉਂ ਪਿਕ ਕੀਤਾ। ਉਹਦੇ ਵਿੱਚ ਜੀ S ਸਿਲਵਰ ਉਸ ਐਸੇ ਦੇ ਵਿੱਚ ਲਿਖਦੀ ਪਤਾ ਕੀ ਆ, ਉਹ ਕਹਿੰਦੀ ਵੀ ਜਿਹੜੀਆਂ ਔਰਤਾਂ ਇਸ ਮੁਲਕ ਵਿੱਚ 2 ਬੱਚਿਆਂ ਨੂੰ ਜਾਂ ਉਦੋਂ ਜ਼ਿਆਦਾ ਬੱਚਿਆਂ ਨੂੰ ਜਨਮ ਦਿੰਦੀਆਂ ਉਹਨਾਂ ਨੂੰ ਮੈਡਲ ਦੇਣੇ ਚਾਹੀਦੇ ਨੇ। ਉਹ ਕਹਿੰਦੇ ਵੀ ਜਿਹੜਾ ਇਹ ਇੱਥੇ ਅੱਜ ਕੱਲ੍ਹ ਕੰਮ ਸ਼ੁਰੂ ਹੋਇਆ ਨਾ ਵੀ ਚੰਗਾ ਬੱਚੇ ਪੈਦਾ ਨਹੀਂ ਕਰਨੇ ਅਤੇ ਬਾਹਰੋਂ ਜਿਹੜੀ ਹੈਗੀ ਆ ਦੂਸਰੇ ਲੋਕਾਂ ਨੂੰ ਇੱਥੇ ਸੱਦ ਕੇ ਤੇ ਭਰੀ ਜਾਂਦੇ, ਉਹ ਕਹਿੰਦੇ ਵੀ ਇਹ ਕੋਈ ਬਾਹਲੀ ਵਧੀਆ ਗੱਲ ਨਹੀਂ। ਕੁਦਰਤ ਦਾ ਨਿਜ਼ਾਮ ਜਿਹੜਾ ਉਹ ਇਸੇ ਤਰ੍ਹਾਂ ਚੱਲਦਾ ਵੀ ਜਿਹੜੇ ਹਿਊਮਨ ਆ ਵੀ ਉਹ ਜਾਂ ਸਾਰੀ ਦੁਨੀਆ ਵੀ ਉਹ ਰੀਪਰੋਡਿਊਸ ਕਰਦੀ ਆ ਔਰ ਆਪਣਾ ਜੀਵਨ ਢੰਗ ਜਿਹੜਾ ਜੀਵਨ ਸ਼ੈਲੀ ਉਹ ਆਉਣ ਵਾਲੀਆਂ ਪੁਸ਼ਤਾਂ ਨੂੰ ਪਾਸ ਔਨ ਕਰ ਦਿੰਦੇ ਆ। ਉਹਦੇ ਵਿੱਚ ਉਹਨੇ ਹੋਰ ਵੀ ਕਈਆਂ ਗੱਲਾਂ, ਉਹ ਕਹਿੰਦੀ ਵੀ ਜਿਹੜੀ ਔਰਤ ਆ ਉਹ ਮਰਦ ਦੇ ਬਰਾਬਰ ਨਹੀਂ ਹੈ, ਇਸ ਤਰ੍ਹਾਂ ਦੀ ਗੱਲਬਾਤ। ਔਰ ਇਹ ਜਿਹੜਾ ਉਹਨੇ ਕਿਹਾ ਵੀ ਬਾਹਰਲੇ ਬੰਦੇ ਲਿਆ ਕੇ ਇੱਥੇ ਭਰਤੀ ਕੀਤੇ ਜਾ ਰਹੇ ਆ ਔਰ ਸਾਨੂੰ ਇੱਕ ਕਿਸਮ ਦਾ ਰਿਪਲੇਸ ਕੀਤਾ ਜਾ ਰਿਹਾ, ਉਹ ਬੜੀਆਂ ਚੁਭਵੀਆਂ ਜਿਹੀਆਂ ਗੱਲਾਂ ਲੱਗੀਆਂ ਨੇ। ਅਤੇ ਲੋਕ ਹੁਣ ਭਾਲ ਰਹੇ ਆ ਵੀ ਭਾਈ ਇਸ ਐਸੇ ਨੂੰ ਚੁਣਨ ਵਾਲੇ ਕਿਹੜੇ ਸੀਗੇ ਉਹਨਾਂ ਨੂੰ ਵੀ ਸਾਹਮਣੇ ਲਿਆਂਦਾ ਜਾਏ। ਪਰ ਮਿਨਿਸਟਰ ਨੇ ਉਹਨਾਂ ਦਾ ਨਾਂ ਮੀਡੀਆ ਨੂੰ ਹਜੇ ਤੱਕ ਉਹਨਾਂ ਬਾਰੇ ਕੋਈ ਗੱਲ ਜਿਹੜੀ ਨਹੀਂ ਕੀਤੀ। ਔਰ ਦੂਸਰੀ ਖਬਰ ਇਹ ਆ ਜੀ ਵੀ ਅਲਬਰਟਾ ਦੇ ਵਿੱਚ ਤੁਹਾਨੂੰ ਪਤਾ UCP ਪਾਰਟੀ ਦੀ ਲੀਡਰਸ਼ਿਪ ਰੇਸ ਚੱਲ ਰਹੀ ਆ, ਜਿਹਦੇ ਵਿੱਚ ਕਈ ਵਿਅਕਤੀ ਹੈ ਨੇ ਜਿਹੜੇ ਲੀਡਰਸ਼ਿਪ ਰੇਸ ਵਿੱਚ ਆ। ਪਰ ਹੁਣ ਕੁਝ ਨਾ ਲਾਇਲਟੀਜ਼ ਕੁਝ ਇੱਕ ਵਿਅਕਤੀਆਂ ਦੀਆਂ ਜਿਹੜੀਆਂ ਉਹ ਸ਼ਿਫਟ ਹੋ ਰਹੀਆਂ। ਜਿਵੇਂ ਕਿ ਇੱਕ ਕੈਬਨਿਟ ਮਿਨਿਸਟਰ ਨੇ ਨੇਟ ਗਲਬਿਸ਼, ਉਹ ਪਹਿਲਾਂ ਸਾਡੇ ਸਾਬਕਾ ਫਾਈਨਾਂਸ ਮਿਨਿਸਟਰ ਟਰੈਵਸ ਸਟੇਜ ਹੋਰਾਂ ਨੂੰ ਸਪੋਰਟ ਕਰਦੇ ਸੀ, ਪਰ ਕੱਲ੍ਹ ਉਹਨਾਂ ਨੇ ਕਿਹਾ ਜੀ ਵੀ ਮੈਂ ਆਪਣੀ ਸਪੋਰਟ ਜਿਹੜੀ ਆ ਉਹ ਡੈਨੀਅਲ ਸਮਿਥ ਹੋਰਾਂ ਨੂੰ ਦੇ ਰਿਹਾ ਹੁਣ ਗਾਹਾਂ ਨੂੰ। ਅਤੇ ਉਹਨਾਂ ਨੇ ਪਾਸਾ ਪਲਟ ਲਿਆ ਜੀ। ਉਹ ਇਕੱਲੇ ਹੀ ਨਹੀਂ ਹੈ, ਹੋਰ ਵੀ ਬਹੁਤ ਸਾਰੇ ਜਿਹੜੇ MLA ਅਤੇ ਹੋਰ ਵਿਅਕਤੀ ਹੈ ਨੇ ਉਹ ਵੀ ਡੈਨੀਅਲ ਸਮਿਥ ਵਾਲੇ ਪਾਸੇ ਨੂੰ ਉਸ ਕੈਂਪ 'ਚ ਆ ਰਹੇ ਨੇ। ਇਸੇ ਤਰ੍ਹਾਂ ਕੈਲਗਰੀ ਤੋਂ ਜਿਹੜੇ ਮਿਸਟਰ ਤੂਰ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਸਪੋਰਟ ਆ ਉਹ ਡੈਨੀਅਲ ਸਮਿਥ ਨੂੰ ਦੇਣੀ ਹੁਣ ਤੈਅ ਕਰ ਲਈ ਆ। ਇਸੇ ਤਰ੍ਹਾਂ ਹੋਰ ਕਈ MLA ਆ ਜੀ ਔਰ ਉਹ ਆਪਣੀ ਸਪੋਰਟ ਡੈਨੀਅਲ ਸਮਿਥ ਨੂੰ ਦੇ ਰਹੇ ਨੇ। ਰਾਜਨ ਸਾਨੀ ਜਿਹੜੀ ਟਰਾਂਸਪੋਰਟ ਮੰਤਰੀ ਸੀਗੀ ਉਹਦੀ ਜਿਹੜੀ ਕੈਂਪੇਨ ਦੇ ਵਿੱਚ
ਕੈਂਪੇਨ ਉਹਦੀ ਸੰਭਾਲ ਰਹੀ ਸੀਗੀ ਬੀਬੀ, ਉਹਨੇ ਵੀ ਜਿਹੜਾ ਜੀ ਆਪਣੀ ਜਿਹੜੀ ਸਪੋਰਟ ਆ ਉਹ ਡੈਨੀਅਲ ਸਮਿਥ ਨੂੰ ਦੇਣੀ ਮੰਨ ਲਈ ਆ। ਤੇ ਰਾਜਨ ਸਾਹਨੀ ਹੋਰਾਂ ਦਾ ਹਜੇ ਜੀ ਕੋਈ ਬਿਆਨ ਨਹੀਂ ਉਸ ਗੱਲ ਤੇ ਆਇਆ, ਤੇ ਨਾ ਹੀ ਟਰੈਵਸ ਸਟੇਜ ਹੋਰਾਂ ਦਾ ਜਿਹੜਾ ਉਹਨਾਂ ਦਾ ਕੈਬਨਿਟ ਮੰਤਰੀ ਇੱਕ ਉੱਧਰ ਚਲਾ ਗਿਆ, ਉਹਦੇ ਤੇ ਉਹਨਾਂ ਨੇ ਵੀ ਹਜੇ ਕੋਈ ਆਪਣਾ ਕਮੈਂਟ ਨਹੀਂ ਦਿੱਤਾ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।